ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਸਤਿਗੁਰੂ ਜੀ ਪਾਵਨ ਅੰਗ 374 ਤੇ ਆਸਾ ਰਾਗ ਦੇ ਵਿੱਚ ਵਿਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪੁੱਤਰੀ ਤੇਰੀ ਬਿਦ ਕਰ ਥਾਟੀ। ਪੁੱਤਰੀ ਭਾਵ ਪੋਲਾ ਬੋਲਣਾ ਹੈ, ਪੁੱਤਰੀ ਦਾ ਵਾਚਕ ਨਹੀਂ ਹੈ। ਸੋ ਹੈ ਜੀਵ ਤੇਰੀ ਪੁੱਤਰੀ ਦੇ ਆਕੀ ਰਕਤ ਪਿਤਾ ਬਿਦ ਧਾਰਾ। ਮੂਰਤ ਸੂਰਤ ਕਰ ਆਪਾਰਾ। ਰਕਤ ਬਿੰਦ ਕਾ ਪਾਸ ਪ੍ਰਾਣ। ਅਰਥਾਤ ਇਹ ਦੇਹ ਰੂਪੀ ਪੁਤਲੀ ਮਾਤਾ ਪਿਤਾ ਦੀ ਰਕਤ ਬਿੰਦ ਅੰਸ਼ ਤੋਂ ਪਰਾਲਬਧ ਕਰਮਾਂ ਦੀ ਵਿਧੀ ਅਨੁਸਾਰ ਪਰਮੇਸ਼ਰ ਦੇ ਹੁਕਮ ਵਿੱਚ ਬ੍ਰਹਮਾ ਨੇ ਬਣਾਉਣਾ ਕੀਤੀ ਹੈ। ਰਕਤ ਬਿੰਦ ਸਮਿਲਿਤ ਰੂਪ ਵਿੱਚੋਂ ਅੰਗ ਪਤੰਗ ਬਣਦਿਆਂ 6 ਮਹੀਨੇ ਲੱਗ ਜਾਂਦੇ ਹਨ। ਗੰਢੇਂਦਿਆਂ 6 ਮਾਹ, ਤੁੜੰਦਿਆਂ 1 ਕਿਨੋ। ਜਾਨ ਸਤ ਕਰ ਹੋਏਗੀ ਮਾਟੀ। ਇਹ ਨਿਸ਼ਚੇ ਕਰਕੇ ਜਾਣ ਲੈ ਕਿ ਤੂੰ ਅੰਤ ਨੂੰ ਮਿੱਟੀ ਹੋ ਜਾਵੇਂਗੀ। ਮੂਲ ਸੰਭਾਲੋ ਅਚੇਤ ਗਵਾਰਾ। ਇਤਨੇ ਕਹੋ ਤੁਮ ਕਿਆ ਗਰਬੇ ਰਹਾਓ। ਹੇ ਅਚੇਤ ਭੁੱਲੇ ਹੋਏ ਗਵਾਰਾ ਮੂਰਖ ਜੀਵ, ਤੂੰ ਪਰਮੇਸ਼ਰ ਨੂੰ ਸੰਭਾਲੋ। ਐਵੇਂ ਅਰਥ ਪ੍ਰਾਪਤ ਕਰਕੇ ਤੂੰ ਕਰਦਾ ਹੈ। ਇਤਨੇ ਤਨਕ ਮਾਤਰ ਰਹਿਣ ਵਾਲੇ ਸਰੀਰ ਨੂੰ ਪਾ ਕੇ ਤੂੰ ਕੀ ਹੰਕਾਰ ਕਰ। ਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਤੀਨ ਸੇਰ ਕਾ ਦਿਹਾੜੀ ਮਹਿਮਾਨ। ਅਵਰ ਦਿਹਾੜੀ ਦਿਨ ਵਿੱਚ 3 ਸੇਰ ਅੰਨ ਦਾ ਮਹਿਮਾਨ ਕਹੀਏ ਪ੍ਰਾਹੁਣਾ ਹੈ। 3 ਸੇਰ ਦੀ ਨਿਆਈ ਜਾਗਰਤ, ਸੁਪਨ, ਸਕੋਪਤ ਜਾਂ ਬਚਪਨ, ਜਵਾਨੀ, ਬੁਢੇਪਾ ਰੂਪ ਅਵਸਥਾ ਵਿੱਚ ਇੱਕ ਦਿਹਾੜੀ ਦਾ ਹੀ ਮਹਿਮਾਨ ਹੈ। ਹੋਰ ਜੋ ਤੁਰਿਆ ਪਦ ਰੂਪੀ ਵਸਤੂ ਹੈ ਉਹ ਤੇਰੀ ਅਮਾਨ ਕੀਏ ਅਮਾਨਤ ਹੀ ਪਈ ਹੈ। ਉਸ ਦੀ ਪ੍ਰਾਪਤੀ ਦੀ ਕਦੇ ਇੱਛਾ ਹੀ ਨਹੀਂ ਕੀਤੀ। ਬਿਸਟਾ ਅਸਤ ਰਕਤ ਭਰੇਟੇ ਚਾਮ। ਇਸ ਉੱਪਰ ਲੈ ਰਾਖਿਓ ਗੁਮਾਨ। ਤੇਰੀ ਦੇਹੀ ਵਿੱਚ ਬਿਸਟਾ ਗੰਦਗੀ, ਅਸਤ ਹੱਡੀਆਂ, ਰਕਤ ਖੂਨ ਅਤੇ ਉੱਪਰ ਚਾਮ ਕਹੀਏ ਚਮੜੀ ਪਰੇਟੇ ਲਪੇਟਣਾ ਕੀਤੀ ਹੈ। ਪਰੰਤੂ ਤੂੰ ਇਸ ਮਲੀਨ ਦੇਹ ਦੇ ਉੱਤੇ ਗੁਮਾਨ ਕਹੀਏ ਹੰਕਾਰ ਨੂੰ ਲੈ ਕੇ ਰੱਖਣਾ ਕੀਤਾ ਹੈ। ਏਕ ਵਸਤ ਤੁਝ ਏਕ ਵਸਤ ਬੂਝੈ ਤਾ ਹੋਵਹਿ ਪਾਕ। ਬਿਨ ਬੂਝੇ ਤੂੰ ਸਦਾ ਨਾਪਾਕ। ਇੱਕ ਨਾਮ ਰੂਪ ਆਤਮਕ ਵਸਤੂ ਭਾਵ ਜੋਤੀ ਸਰੂਪ ਪਰਮਾਤਮਾ ਨੂੰ ਗੁਰਾਂ ਦੁਆਰਾ ਬੁੱਝ ਲਵੇਂਗਾ ਤਦ ਪਾਕ ਪਵਿੱਤਰ ਹੋਵੇਂਗਾ। ਪਰੰਤੂ ਉਸ ਸਰੂਪ ਨੂੰ ਗੁਰਾਂ ਤੋਂ ਪੁੱਛੇ ਸਮਝੇ ਤੋਂ ਬਗੈਰ ਤੂੰ ਹਮੇਸ਼ਾ ਹੀ ਨਾਪਾਕ ਅਪਵਿੱਤਰ ਹੈ। ਕਹੋ ਨਾਨਕ ਗੁਰ ਕਉ ਕੁਰਬਾਨ। ਜਿਸ ਤੇ ਪਾਈ ਜਾਨ। ਸਤਿਗੁਰੂ ਸਾਹਿਬ ਜੀ ਕਹੋ ਤੋਂ ਭਾਵ ਕਥਨ ਕਰਦੇ ਹਨ ਕਿ ਹੇ ਭਾਈ, ਆਪਣੇ ਗੁਰੂ ਜੀ ਤਾਈਂ ਸਦਾ ਕੁਰਬਾਨ ਬਲਿਹਾਰ ਜਾਈਏ। ਜਿਸ ਗੁਰੂ ਸਾਹਿਬ ਜੀ ਤੋਂ ਪੁਰਖ ਪੂਰਨ ਸੁਜਾਨ ਅੰਤਰਜਾਮੀ ਹਰ ਪਰਮੇਸ਼ਰ ਤਾਈਂ ਪ੍ਰਾਪਤ ਕਰੀਦਾ ਹੈ। ਆਸਾ ਮਹੱਲਾ ਪੰਜਵਾ। ਇੱਕ ਤੁਕੇ ਚੌਪਦੇ। ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੁਕਮ ਅਨੁਸਾਰ ਆਪਣੇ ਤਾਇਆ ਜੀ ਦੇ ਸਪੁੱਤਰ ਦੇ ਵਿਆਹ ਵਿੱਚ ਲਾਹੌਰ ਵਿਖੇ ਗਏ। ਉੱਥੇ ਗਿਆ ਨੂੰ ਬਹੁਤ ਸਮਾਂ ਲੰਘ ਗਿਆ। ਆਪ ਜੀ ਨੂੰ ਨਾ ਕੋਈ ਚਿੱਠੀ ਭੇਜੀ ਅਤੇ ਨਾ ਹੀ ਕੋਈ ਸੁਨੇਹਾ ਭੇਜਿਆ। ਉੱਥੇ ਆਪ ਜੀ ਬਹੁਤ ਵਿਰਾਗ ਦੇ ਸਹਿਤ ਰਹਿੰਦੇ ਸੀ। ਜਦੋਂ ਆਪ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸੀ ਤਦੋਂ ਗੁਰਸਿੱਖਾਂ ਨੇ ਬੇਨਤੀ ਕਰਕੇ ਆਪ ਜੀ ਨੂੰ ਪੁੱਛਿਆ ਕਿ ਇਹ ਸਤਿਗੁਰੂ ਜੀ, ਜਦੋਂ ਤੁਸੀਂ ਪਿਤਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਤੋਂ ਵਿਛੜ ਕੇ ਲਾਹੌਰ ਵਿੱਚ ਰਹੇ ਸੀ, ਉਸ ਸਮੇਂ ਪਿਤਾ ਜੀ ਦੇ ਵਿਛੋੜੇ ਵਿੱਚ ਤੁਹਾਡੀ ਕੀ ਅਵਸਥਾ ਸੀ?
ਤਾਂ ਸਤਿਗੁਰੂ ਜੀ ਨੇ ਸਿੱਖਾਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵਿੱਚ ਉਸ ਅਵਸਥਾ ਦਾ ਕਥਨ ਕੀਤਾ ਜੋ ਪਿਤਾ ਜੀ ਤੋਂ ਵਿਛੜ ਕੇ ਲਾਹੌਰ ਵਿੱਚ ਸਮਾਂ ਗੁਜ਼ਾਰਿਆ ਸੀ। ਇੱਕ ਤੁਕੇ ਇੱਕ ਤੁਕ ਉੱਪਰ ਹੀ ਅੰਕ ਆਵੇਗਾ ਅਤੇ ਸ਼ਬਦ ਚੌਪ ਦੇ 4 ਪਦਿਆਂ ਵਾਲਾ ਹੈ। ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ ਨ ਰਹਿ ਕੈਸੇ ਮਿਲੋ ਪਿਆਰੇ। ਹੇ ਗੁਰਸਿੱਖੋ, ਸਤਿਗੁਰੂ ਜੀ ਦੇ ਵਿਜੋਗ ਵਿੱਚ ਦਿਨ ਦੀ ਇੱਕ ਘੜੀ ਮਾਤਰ ਸਮਾਂ ਵੀ ਮੇਰੇ ਤਾਈਂ ਬਹੁਤ ਦਿਹਾੜੇ ਦਿਨਾਂ ਦੀ ਨਿਆਈ ਗੁਜ਼ਰਦਾ ਸੀ। ਸਾਡਾ ਮਨ ਹਿਰਦਾ ਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਇਸਤਤ ਨਹੀਂ ਰਹਿੰਦਾ ਸੀ। ਸਦਾ ਇਹੋ ਆਸ ਲੱਗੀ ਰਹਿੰਦੀ ਸੀ, ਕਿਵੇਂ ਪਿਆਰੇ ਸਤਿਗੁਰੂ ਜੀ ਨੂੰ ਮਿਲੋ ਕਹੀਏ ਮਿਲਣਾ ਕਰਾਂ। ਇੱਕ ਪਲ ਦਿਨਸ ਮੋਕੋ ਕਬ ਹੋ ਨਾ ਬਿਹਾਵੈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਦਿਨ ਵਿੱਚ ਇੱਕ ਪਲ, ਇੱਕ ਘੜੀ ਦਾ 60ਵਾਂ ਹਿੱਸਾ ਵੀ ਸਾਡੇ ਤਾਈਂ ਕਦੇ ਬਿਹਾਵੈ ਬੀਤਣ ਵਿੱਚ ਹੀ ਨਹੀਂ ਆਉਂਦਾ ਸੀ। ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੈ ਰਹਾਉ। ਸਾਡੇ ਮਨ ਹਿਰਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਦੀਦਾਰ ਦੀ ਘਨੇਰੀ ਘਣੀ ਬਹੁਤੀ ਆਸਾ ਲੱਗੀ ਹੋਈ ਸੀ ਅਤੇ ਇਹੋ ਸੋਚਦੇ ਰਹਿੰਦੇ ਸੀ ਕਿ ਕੋਈ ਅਜਿਹਾ ਸੰਤ ਸ਼ਾਂਤਚਿੱਤ ਮਹਾਂਪੁਰਖ ਹੋਵੇ ਜੋ ਮੋਕੋ ਕਹੀਏ ਮੇਰੇ ਤਾਈਂ ਪਿਰਹਿ ਪਤੀ ਪਰਮੇਸ਼ਰ ਰੂਪੀ ਗੁਰਾਂ ਨਾਲ ਮਿਲਾਪ ਕਰਾ ਦੇਵੇ ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। 4 ਪਹਿਰ ਚਹੁ ਜੁਗ ਹੈ ਸਮਾਨੇ, ਰੈਣ ਭਈ ਤਬ ਅੰਤ ਨ ਜਾਣੇ। ਇੱਕ ਦਿਨ ਦੇ 4 ਪਹਿਰ, ਰਾਤ ਦਿਨ ਦਾ 8ਵਾਂ ਹਿੱਸਾ 4 ਜੁਗ ਹੈ ਜੁਗਾਂ ਦੇ ਸਮਾਨੇ ਤੁਲ ਬਤੀਤ ਹੁੰਦਾ ਸੀ। ਅਰਥਾਤ 4 ਜੁਗਾਂ ਦੀ 43,20,000 ਸਾਲ ਉਮਰ ਮੰਨੀ ਹੈ। ਗੁਰੂ ਜੀ ਕਹਿੰਦੇ ਹਨ ਕਿ ਸਾਡੇ ਮਨ ਵਿੱਚ ਇੰਨਾ ਵਿਰਾਗ ਸੀ ਕਿ 4 ਪਹਿਰਾਂ ਦਾ ਸਮਾਂ ਜੁਗਾਂ ਦੀ ਇੱਕ ਚੌਂਕੜੀ ਜਿੰਨਾ ਪ੍ਰਤੀਤ ਹੁੰਦਾ ਸੀ ਅਤੇ ਜਦੋਂ ਰਾਤ ਪਈ ਹੋ ਜਾਂਦੀ ਸੀ ਤਦੋਂ ਸਮੇਂ ਦਾ ਅਖੀਰ ਹੀ ਨਹੀਂ ਜਾਣਿਆ ਜਾਂਦਾ ਸੀ। ਪੰਚ ਦੂਤ ਮਿਲ ਪਿਰਹੁ ਵਿਛੋੜੀ, ਭ੍ਰਮ ਭ੍ਰਮ ਰੋਵੈ ਹਾਥ ਪਛੋੜੀ। ਹੇ ਗੁਰਸਿੱਖੋ, ਇਸੇ ਪ੍ਰਕਾਰ 5 ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮਿਲ ਕਰਕੇ ਜੀਵਾਂ ਦੀ ਬਿਰਤੀ ਪਤੀ ਪਰਮੇਸ਼ਰ ਤੋਂ ਵਿਛੋੜ ਦਿੱਤੀ ਹੈ। ਇਸ ਕਰਕੇ ਜੀਵ ਭਰਮ ਕਹੀਏ ਭਰਮ ਦੇ ਭਰਮ ਭਰਮਾਏ ਹੋਏ ਆਉਂਦੇ ਰਹਿੰਦੇ ਹਨ ਅਤੇ ਸਦਾ ਹੱਥਾਂ ਨੂੰ ਪਛੋੜੀ ਹੁੰਦਾ ਮਲਦੇ ਰਹਿ ਜਾਂਦੇ ਆ। ਜਨ ਨਾਨਕ ਕਉ ਹਰ ਦਰਸ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਸਾਨੂੰ ਦਾਸਾਂ ਨੂੰ ਤਾਂ ਬਾਬਾ ਬੁੱਢਾ ਸਾਹਿਬ ਜੈਸੇ ਸੰਤ ਮਹਾਂਪੁਰਖ ਨੇ ਕਿਰਪਾ ਕਰਕੇ ਹਰੀ ਸਰੂਪ ਪਿਤਾ ਸਤਿਗੁਰਾਂ ਦਾ ਦਰਸ ਕਹੀਏ ਦਰਸ਼ਨ ਦਿਖਾਇਆ ਦਿਖਾਉਣਾ ਕੀਤਾ ਹੈ। ਇਸ ਪ੍ਰਕਾਰ ਅਸੀਂ ਆਪਣੇ ਆਪ ਨੂੰ ਬ੍ਰਹਮ ਸਰੂਪ ਚੀਨ ਜਾਣ ਕੇ ਪਰਮ ਵੱਡੇ ਸੁਖ ਭਾਵ ਬ੍ਰਹਮਾਨੰਦ ਨੂੰ ਪਾਉਣਾ ਕੀਤਾ ਹੈ। ਆਸਾ ਮਹੱਲਾ ਪੰਜਵਾ। ਸਤਿਗੁਰੂ ਜੀ ਇਸ ਸ਼ਬਦ ਵਿੱਚ ਸੇਵਾ ਦਾ ਫਲ ਦੱਸਦੇ ਹੋਏ ਇਹ ਸ਼ਬਦ ਉਚਾਰਦੇ ਹਨ। ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਹੇ ਭਾਈ, ਪਰਮੇਸ਼ਰ ਦੀ ਭਗਤੀ ਰੂਪੀ ਸੇਵਾ ਟਹਿਲ ਕਰਨ ਵਿੱਚ ਪਰਮ ਵੱਡੇ ਸ਼ੁਭ ਗੁਣਾਂ ਦੇ ਨਿਧਾਨ ਖਜ਼ਾਨੇ ਹਨ ਜੋ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਮੁਖ ਮੂੰਹ ਭਾਵ ਰਸਨਾ ਦੁਆਰਾ ਜਪਣਾ ਹੈ। ਇਹ ਹਰੀ ਪਰਮੇਸ਼ਰ ਦੀ ਸੇਵਾ ਟਹਿਲ ਹੈ। ਹਰ ਮੇਰਾ ਸਾਥੀ ਸੰਗ ਸਖਾਈ। ਹੇ ਭਾਈ, ਹਰੀ ਪਰਮੇਸ਼ਰ ਸਾਡਾ ਇਸ ਲੋਕ ਦਾ ਵੀ ਸਾਥੀ ਸੰਗੀ ਹੈ ਅਤੇ ਪਰਲੋਕ ਵਿੱਚ ਵੀ ਸੰਗ ਕਹੀਏ ਨਾਲ ਹੋ ਕੇ ਸਖਾਈ ਸਹਾਇਤਾ ਕਰਨ ਵਾਲਾ ਹੈ। ਦੁੱਖ ਸੁਖ ਸਿਮਰੀ ਤਹਿ ਮੌਜੂਦ, ਜਮ ਬਪਰਾ ਮੋਕੋ ਕਹਾ ਡਰਾਈ ਰਹਾਉ। ਦੁੱਖ ਵੇਲੇ ਜਾਂ ਸੁੱਖ ਦੇ ਸਮੇਂ ਜਦ ਵੀ ਪਰਮੇਸ਼ਰ ਨੂੰ ਯਾਦ ਕਰੀਏ ਉੱਥੇ ਹੀ ਮੌਜੂਦ ਜ਼ਾਹਰ ਪ੍ਰਗਟ ਹੈ। ਫਿਰ ਬਪਰਾ ਵਿਚਾਰਾ ਜਮਦੂਤ ਮੇਰੇ ਤਾਈਂ ਕਿਸ ਪ੍ਰਕਾਰ ਡਰਾ ਸਕਦਾ, ਭਾਵ ਜਮਾ ਆਦਿਕਾਂ ਦਾ ਭੈ ਨਹੀਂ ਰਿਹਾ ਰਹਾਉ। ਹਰ ਮੇਰੀ ਓਟ ਮੈਂ ਹਰ ਕਾ ਤਾਣ,
ਹਰ ਮੇਰਾ ਸਖਾ ਮਨ ਮਾਹੇ ਦੀ ਬਾਣ। ਪਰਮੇਸ਼ਰ ਹੀ ਮੇਰੀ ਕੀ ਸਾਡੀ ਇਸ ਲੋਕ ਦੀ ਓਟ ਟੇਕ ਹੈ ਅਤੇ ਮੈਨੂੰ ਹਰ ਪਰਮੇਸ਼ਰ ਦਾ ਹੀ ਪ੍ਰਲੋਕ ਵਿੱਚ ਤਾਣ ਬਲ ਹੈ। ਹਰੀ ਪਰਮੇਸ਼ਰ ਹੀ ਸਾਡਾ ਮਾਤਾ ਦੇ ਗਰਭ ਵਿੱਚ ਸਖਾ ਮਿੱਤਰ ਸੀ ਅਤੇ ਸਾਨੂੰ ਹਿਰਦੇ ਵਿੱਚ ਉਸੇ ਦਾ ਹੀ ਦੀ ਬਾਣ ਆਸਰਾ ਹੈ। ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹੁ, ਗੁਰਮੁਖ ਧਨ ਖੱਟੀ ਹਰ ਮੇਰਾ ਸਾਹੁ। ਪਰਮੇਸ਼ਰ ਦਾ ਨਾਮ ਹੀ ਮੇਰੀ ਪੂੰਜੀ ਰਾਸ਼ੀ ਹੈ। ਹਰੀ ਨਾਮ ਵਿੱਚ ਹੀ ਸਾਡਾ ਵੇ ਸਾਹੁ ਭਰੋਸਾ ਹੈ। ਹਰੀ ਨਾਮ ਨੂੰ ਹੀ ਅਸੀਂ ਗੁਰਾਂ ਦੁਆਰਾ ਵੇ ਸਾਹੁ ਖਰੀਦਣਾ ਕੀਤਾ ਹੈ। ਗੁਰਮੁਖ ਜਨਾਂ ਦੀ ਸੰਗਤ ਕਰਕੇ ਹਰੀ ਦੇ ਨਾਮ ਰੂਪੀ ਧਨ ਦੀ ਖੱਟੀ ਕਮਾਈ ਕਰੀਦੀ ਹੈ। ਗੁਰ ਕਿਰਪਾ ਤੇ ਇਹ ਮਤ ਆਵੈ, ਜਨ ਨਾਨਕ ਹਰ ਕੈ ਅੰਕ ਸਮਾਵੈ। ਸਤਿਗੁਰਾਂ ਦੀ ਕਿਰਪਾ ਮਿਹਰ ਹੋਣ ਤੋਂ ਇਹ ਪ੍ਰਭੂ ਪ੍ਰਾਪਤੀ ਦੀ ਅਕਲ ਮਤ ਆਉਂਦੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੁਰਖ ਜਨ ਪਰਮੇਸ਼ਰ ਦੇ ਅੰਕ ਸਰੂਪ ਵਿੱਚ ਸਮਾਵੈ ਅਭੇਦ ਹੋ ਜਾਂਦੇ ਹਨ। ਆਸਾ ਮਹੱਲਾ ਪੰਜਵਾ। ਪ੍ਰਭ ਹੋਇ ਕਿਰਪਾਲ ਤਾਂ ਇਹੋ ਮਨ ਲਾਈ, ਸਤਿਗੁਰ ਸੇਵ ਸਭੈ ਫਲ ਪਾਈ। ਜੇਕਰ ਪਰਮੇਸ਼ਰ ਕਿਰਪਾਲੂ ਹੋਵੇ ਤਦ ਇਹ ਚੰਚਲ ਮਨ ਨੂੰ ਆਪਣੇ ਸਿਮਰਨ ਵਿੱਚ ਲਾਉਂਦਾ ਹੈ। ਸਤਿਗੁਰੂ ਸੱਚੇ ਗੁਰਾਂ ਦੀ ਸੇਵਾ ਜਾਂ ਸੇਵਨ ਕਰਨ ਨਾਲ ਸਾਰੇ ਧਰਮ ਅਰਥ ਕਾਮ ਮੋਖ ਰੂਪੀ ਫਲ ਪ੍ਰਾਪਤ ਕਰ ਲਈਦੇ ਹਨ। ਮਨ ਕਿਉ ਬੈਰਾਗ ਕਰਹਿਗਾ, ਸਤਿਗੁਰ ਮੇਰਾ ਪੂਰਾ। ਹੇ ਮੇਰੇ ਮਨਾ, ਤੂੰ ਕਿਉਂ ਬੈਰਾਗ ਰੁਦਨ ਕਰਦਾ ਹੈ, ਕਿਉਂ ਰੋਂਦਾ ਹੈ, ਜਦੋਂ ਕਿ ਸਾਡਾ ਸਤਿਗੁਰੂ ਸਭ ਥਾਈਂ ਸਾਰਿਆਂ ਪਾਸਿਓਂ ਪੂਰਾ ਹੈ, ਪੂਰਨ ਹੈ। ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਾਰ ਸਾਧਹੀ ਭਰ ਪੂਰਾ ਰਹਾਉ। ਉਹ ਸਤਿਗੁਰੂ ਜੀ ਮਨ ਦੀਆਂ ਸਾਰੀਆਂ ਇਛਾਵਾਂ ਦਾ ਦਾਤਾ ਹੈ, ਸਾਰੇ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ। ਬ੍ਰਹਮਾਨੰਦ ਰੂਪੀ ਅੰਮ੍ਰਿਤ ਦਾ ਸਰ ਸਰੋਵਰ ਹੈ ਜੋ ਸਦਾ ਹਮੇਸ਼ਾ ਹੀ ਭਰ ਪੂਰਾ ਲਬਾ ਲਬ ਭਰਿਆ ਹੋਇਆ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਚਰਨ ਕਮਲ ਰਿਦ ਅੰਤਰ ਧਾਰੇ, ਪ੍ਰਗਟੀ ਜੋਤ ਮਿਲੇ RAM ਪਿਆਰੇ। ਪ੍ਰਗਟੀ ਜੋਤ ਮਿਲੇ RAM ਪਿਆਰੇ। ਸਤਿਗੁਰਾਂ ਦੇ ਚਰਨ ਜੋ ਕਮਲਵਤ ਨਿਰਮਲ ਕੋਮਲ ਹਨ, ਉਹ ਚਰਨ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਧਾਰਨੇ ਕੀਤੇ ਹਨ, ਉਹਨਾਂ ਦੀ ਬੁੱਧੀ ਅੰਦਰ ਸਰੂਪ ਦੀ ਜੋਤ ਗਿਆਤ ਪ੍ਰਗਟ ਹੋ ਗਈ ਤੇ ਉਹੀ RAM ਪਿਆਰੇ ਪ੍ਰਭੂ ਵਿੱਚ ਮਿਲ ਗਏ ਅਭੇਦ ਹੋ ਜਾਂਦੇ ਆ। ਪੰਚ ਸਖੀ ਮਿਲ ਮੰਗਲ ਗਾਇਆ, ਅਨਹਦ ਬਾਣੀ ਨਾਦ ਵਜਾਇਆ। ਪੰਚ ਕੀਏ ਸ੍ਰੇਸ਼ਟ ਸੰਤ ਮਹਾਤਮਾ ਰੂਪੀ ਸਹੇਲੀਆਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਮੰਗਲਾਚਾਰ ਨੂੰ ਗਾਉਣਾ ਕੀਤਾ ਹੈ। ਪੰਜ ਗਿਆਨ ਇੰਦਰੀਆਂ ਰੂਪੀ ਸਖੀਆਂ ਨੇ ਮਿਲ ਕਰਕੇ, ਮਨ ਦੀਆਂ ਪੰਜ ਬਿਰਤੀਆਂ ਰੂਪੀ ਸਖੀਆਂ ਮਿਲ ਕਰਕੇ ਮਹਾਰਾਜ ਦੇ ਮੰਗਲਾਚਾਰ ਤਾਈਂ ਗਾਉਂਦੀਆਂ ਹਨ। ਭਾਵ ਪ੍ਰਮਾਣ ਬਿਰਤੀ ਦੁਆਰਾ ਮਹਾਰਾਜ ਦੇ ਦਰਸ਼ਨ ਦੇਖਦੇ ਹਾਂ, ਸਿਮਰਤੀ ਦੁਆਰਾ ਮਹਾਰਾਜ ਦਾ ਸਿਮਰਨ ਕਰਦੇ ਹਾਂ। ਸਮਾਧੀ ਰੂਪ ਨੀਂਦ ਲੱਗੀ ਰਹਿੰਦੀ ਹੈ, ਮਹਾਰਾਜ ਦੇ ਦਰਸ਼ਨਾਂ ਦਾ ਹੀ ਵਿਕਲਪ ਕਰਦੇ ਹਾਂ ਅਤੇ ਸੰਸਾਰ ਵੱਲੋਂ ਬੁੱਧੀ ਵਿਪਰਜੇ ਭਾਵ ਉਲਟ ਕੇ ਨਾਮ ਚਿੰਤਨ ਵਿੱਚ ਲੱਗੀ ਹੋਈ ਹੈ। ਅਰ ਅਨਹਦ ਹੱਦ ਤੋਂ ਰਹਿਤ ਇੱਕ ਰਸ ਗੁਰੂ ਦੀ ਬਾਣੀ ਰੂਪ ਨਾਦ ਸ਼ਬਦ ਵਜਾਉਣਾ ਭਾਵ ਜਪਣਾ ਕੀਤਾ ਹੈ। ਗੁਰ ਨਾਨਕ ਤੁਠਾ ਮਿਲਿਆ ਹਰ ਰਾਏ, ਸੁਖ ਰਹਿਣ ਵਿਹਾਣੀ ਸਹਿਜ ਸੁਭਾਏ। ਸ੍ਰੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋਏ ਤਦੋਂ ਦੇ ਰਾਏ ਰਾਜਾ ਸਰੂਪ ਪਰਮੇਸ਼ਰ ਨਾਲ ਮਿਲ ਗਏ ਹਾਂ ਅਤੇ ਸਾਡੀ ਅਵਸਥਾ ਪੂਰਬ ਵਿਹਾਣੀ ਬਤੀਤ ਹੋ ਰਹੀ ਆ ਅਤੇ ਸਹਿਜ ਸੁਭਾਏ ਸ਼ਾਂਤ ਸੁਭਾਅ ਧਾਰਨ ਕੀਤਾ ਹੈ। ਸਹਿਜ ਸਰੂਪ ਦਾ ਸੁਭਾਏ ਸ੍ਰੇਸ਼ਟ ਪ੍ਰਕਾਸ਼ ਹੋ ਆਇਆ ਹੈ। ਆਸਾ ਮਹੱਲਾ ਪੰਜਵਾ। ਕਰ ਕਿਰਪਾ ਹਰ ਪ੍ਰਗਟੀ ਆਇਆ, ਮਿਲ ਸਤਿਗੁਰ ਧਨ ਪੂਰਾ ਪਾਇਆ।
ਉਸ ਵੇਲੇ ਸਤਿਗੁਰਾਂ ਦੀ ਕਿਰਪਾ ਮਿਹਰ ਕਰਕੇ ਪਰਮੇਸ਼ਰ ਹਿਰਦੇ ਅੰਦਰ ਹੀ ਪ੍ਰਗਟ ਹੋ ਆਇਆ ਹੈ। ਜਦੋਂ ਸੱਚੇ ਗੁਰੂ ਦੇ ਨਾਲ ਮਿਲ ਕਰਕੇ ਪੂਰਨ ਨਾਮ ਰੂਪੀ ਧਨ ਪਾਇਆ ਪ੍ਰਾਪਤ ਕੀਤਾ, ਐਸਾ ਹਰ ਧਨ ਸੰਚੀਐ ਭਾਈ। ਹੇ ਭਾਈ ਭਰਾਤਾ ਜਨੋ, ਇਹੋ ਜਿਹਾ ਹਰੀ ਪਰਮੇਸ਼ਰ ਦਾ ਨਾਮ ਰੂਪੀ ਧਨ ਸੰਚੀਐ ਕਹੀਏ, ਇਕੱਤਰ ਕਰੀਏ। ਭਾਹੇ ਨ ਜਾਲੈ ਜਲ ਨਹੀਂ ਡੂਬੈ, ਸੰਗ ਛੋੜ ਕਰ ਕਤ ਹੋ ਨ ਜਾਈ ਰਹਾਉ। ਇਹ ਨਾਮ ਰੂਪੀ ਧਨ ਨੂੰ ਭਾਹੇ ਹੁੰਦਾ ਅੱਗ ਜਾਲੈ ਸਾੜ ਨਹੀਂ ਸਕਦੀ, ਅਤੇ ਇਹ ਜਲ ਪਾਣੀ ਵਿੱਚ ਡੁੱਬਦਾ ਨਹੀਂ ਹੈ। ਤ੍ਰਿਸ਼ਨਾ ਮਾਇਆ ਰੂਪੀ ਅੱਗ ਸਾੜ ਨਹੀਂ ਸਕਦੀ ਤੇ ਪਦਾਰਥਾਂ ਰੂਪੀ ਜਲ ਵਿੱਚ ਡੁੱਬਦਾ ਨਹੀਂ, ਅਤੇ ਨਾਮ ਜਪਣ ਵਾਲਿਆਂ ਦਾ ਸਾਥ ਛੱਡ ਕਰਕੇ ਕਿਤੇ ਵੀ ਨਹੀਂ ਜਾਂਦਾ, ਭਾਵ ਹਰ ਵੇਲੇ ਹਿਰਦੇ ਨਾਲ ਰਹਿੰਦਾ ਹੈ। ਰਹਾਉ ਟੂਟ ਨ ਆਵੈ ਨਿਖੁੱਟ ਨ ਜਾਏ, ਖਾਏ ਖਰਚ ਮਨ ਰਹਿਆ ਅਗਾਏ। ਇਸ ਨਾਮ ਧਨ ਦਾ ਕਦੇ ਵੀ ਟੋਟਾ ਘਾਟਾ ਨਹੀਂ ਆਉਂਦਾ ਅਤੇ ਕਦੇ ਨਖੁੱਟ ਮੁੱਕ ਵੀ ਨਹੀਂ ਜਾਂਦਾ। ਆਪ ਜਪਣ ਰੂਪ ਖਾਂਦੇ ਹਾਂ ਤੇ ਹੋਰਨਾਂ ਨੂੰ ਜਪਾਉਣ ਰੂਪ ਖਰਚਦੇ ਹਾਂ। ਇਉਂ ਸਾਡਾ ਮਨ ਹਿਰਦਾ ਆਤਮ ਤ੍ਰਿਪਤੀ ਕਰਕੇ ਅਗਾਏ ਕਹੀਏ ਰੱਜ ਗਿਆ ਹੈ। ਸੋ ਸੱਚ ਸਾਹੁ ਜਿਸ ਘਰ ਹਰ ਧਨ ਸੰਚਾਣਾ, ਇਸ ਧਨ ਤੇ ਸਭ ਜਗ ਵਰਸਾਣਾ। ਹੇ ਭਾਈ, ਉਹ ਸੱਚਾ ਸ਼ਾਹੂਕਾਰ ਹੈ ਜਿਸਨੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਸੰਚਾਣਾ ਹੁੰਦਾ ਇਕੱਤਰ ਕੀਤਾ ਹੈ। ਇਸ ਨਾਮ ਰੂਪੀ ਧਨ ਤੋਂ ਹੀ ਸਾਰਾ ਜਗ ਸੰਸਾਰ ਵਰਸਾਇਆ ਲਾਭ ਉਠਾਉਣ ਵਾਲਾ ਹੈ। ਤਿਨ ਹਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ, ਜਨ ਨਾਨਕ ਅੰਤਵਾਰ ਨਾਮ ਗਹਿਣਾ। ਹੇ ਭਾਈ, ਉਸਨੇ ਹੀ ਹਰੀ ਪਰਮੇਸ਼ਰ ਦੇ ਨਾਮ ਧਨ ਨੂੰ ਪਾਉਣਾ ਕੀਤਾ ਹੈ, ਜਿਸਨੇ ਪੁਰਬ ਪੂਰਬਲੇ ਸ੍ਰੇਸ਼ਟ ਕਰਮਾਂ ਦੇ ਲਿਖੇ ਹੋਏ ਲੇਖ ਦਾ ਸਦਕਾ ਲਹਿਣਾ ਕਹੀਏ ਪ੍ਰਾਪਤ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅੰਤ ਦੇ ਵੇਲੇ ਨਾਮ ਹੀ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਗਹਿਣਾ ਕਹੀਏ ਭੂਖਨ ਰੂਪ ਹੈ। ਆਸਾ ਮਹੱਲਾ ਪੰਜਵਾ। ਸਤਿਗੁਰੂ ਜੀ ਇਸ ਸ਼ਬਦ ਵਿੱਚ ਖੇਤੀ ਦੇ ਪ੍ਰਕਰਨ ਦੁਆਰਾ ਵੈਰਾਗਮਈ ਉਪਦੇਸ਼ ਕਥਨ ਕਰਦੇ ਹਨ। ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ। ਹੇ ਭਾਈ, ਜਿਸ ਪ੍ਰਕਾਰ ਜ਼ਿਮੀਂਦਾਰ ਖੇਤੀ ਬੋਵੈ ਹੁੰਦਾ ਬੀਜਣਾ ਕਰਦਾ ਹੈ, ਤੁਸੀਂ ਪਰਾਨੀ ਪਛਾਨਣਾ ਕਰੋ ਕਿ ਉਸ ਕਿਸਾਨ ਦੀ ਮਰਜ਼ੀ ਹੈ, ਭਾਵੇਂ ਉਹ ਖੇਤੀ ਨੂੰ ਕੱਚੀ ਅੱਧੀ ਪੱਕੀ ਵੱਢ ਲਵੇ ਜਾਂ ਉਹ ਪੱਕੀ ਕਰਕੇ ਵੱਢਣਾ ਕਰੇ। ਇਸੇ ਪ੍ਰਕਾਰ ਕਿਸਾਨ ਦੀ ਨਿਆਈ ਪਰਮੇਸ਼ਰ ਨੇ ਸੰਸਾਰ ਰੂਪੀ ਖੇਤ ਵਿੱਚ ਜੀਵਾਂ ਰੂਪ ਖੇਤੀ ਬੀਜਣਾ ਕੀਤੀ ਹੈ। ਉਸੇ ਦੀ ਹੀ ਮਰਜ਼ੀ ਹੈ, ਭਾਵੇਂ ਬਾਲਕ ਅਵਸਥਾ ਰੂਪੀ ਕੱਚੀ ਫਸਲ ਵੱਢ ਲਵੇ, ਭਾਵੇਂ ਜਵਾਨ ਅਵਸਥਾ ਰੂਪ ਅੱਧ ਪੱਕੀ ਫਸਲ ਵੱਢ ਲਵੇ ਜਾਂ ਵਡੇਪਾ ਰੂਪੀ ਪੱਕੀ ਫਸਲ ਵੱਢ ਲਵੇ। ਇਹ ਤਾਂ ਉਸ ਦੀ ਮੌਜ ਹੈ, ਮਰਜ਼ੀ ਹੈ। ਹਰੀ ਨਾਹੀ ਨਹਿ ਡਡਰੀ, ਪੱਕੀ ਵੱਢਣ ਹਾਰ। ਲੈ ਲੈ ਦਾਤ ਪਹੁਤਿਆ ਲਾਵੇ ਕਰ ਤੈਯਾਰ। ਜੋ ਜਨਮੈ ਸੋ ਜਾਨੋ ਮੂਆ, ਗੋਵਿੰਦ ਭਗਤ ਅਸਥਿਰ ਹੈ ਥੀਆ ਰਹਾਉ। ਹੇ ਭਾਈ, ਜਿਹੜਾ ਵੀ ਸੰਸਾਰ ਵਿੱਚ ਜਨਮ ਲੈ ਕੇ ਆਇਆ ਹੈ, ਉਸ ਨੂੰ ਮੂਆ ਮਰਿਆ ਹੀ ਜਾਣਨਾ ਕਰੋ। ਜੋ ਗੋਬਿੰਦ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਹੈ, ਉਹ ਅਸਥਿਰ ਸਥਿਤ ਹੋਇਆ ਹੈ, ਭਾਵ ਜੰਮਣ ਮਰਨ ਤੋਂ ਰਹਿਤ ਹੋਇਆ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਦਿਨ ਤੇ ਸਰ ਪਰ ਪੌਸੀ ਰਾਤ, ਰੈਣ ਗਈ ਫਿਰ ਹੋਏ ਪ੍ਰਭਾਤ। ਜਿਵੇਂ ਦਿਨ ਚੜ੍ਹਨ ਤੋਂ ਬਾਅਦ ਸਰ ਪਰ ਨਿਰਸੰਦੇਹ ਰਾਤ ਪੈਂਦੀ ਹੈ। ਮਹਾਰਾਜ ਕਹਿੰਦੇ ਕਿ ਜਦੋਂ ਰਾਤ ਚਲੀ ਜਾਂਦੀ ਹੈ, ਫਿਰ ਮੁੜ ਕੇ ਪ੍ਰਭਾਤ ਸਵੇਰਾ ਦਿਨ ਹੋ ਜਾਂਦਾ। ਇਸੇ ਪ੍ਰਕਾਰ ਬਾਲਕ ਅਵਸਥਾ ਰੂਪੀ ਦਿਨ ਤੋਂ ਬਾਅਦ ਜਵਾਨੀ ਰੂਪੀ ਰਾਤ ਜ਼ਰੂਰ ਪਵੇਗੀ, ਭਾਵ ਜਿਵੇਂ ਰਾਤ ਨੂੰ ਕੁਝ ਦਿਸਦਾ ਨਹੀਂ, ਇਉਂ ਜੀਵ ਵਿਕਾਰਾਂ ਵਿੱਚ ਫਸਿਆ ਹੋਇਆ ਜਵਾਨੀ ਵਿੱਚ ਅੰਨਾ ਹੋ ਜਾਂਦਾ। ਕੋਈ ਧਰਮ ਦਾ ਕਰਮ ਨਹੀਂ ਦਿਸਦਾ। ਜਦੋਂ ਜਵਾਨੀ ਰੂਪੀ ਰਾਤ ਚਲੀ ਗਈ ਤਾਂ ਫਿਰ ਵਡੇਪਾ ਰੂਪ ਸਵੇਰਾ ਹੋਵੇਗਾ। ਚਿੱਟੇ ਕੇਸ ਆਉਣ ਰੂਪ ਪਹੁ ਫੁੱਟ ਪਵੇਗੀ।
ਜਾਂ ਮੌਤ ਰੂਪੀ ਪਹੁ ਪੁੱਟ ਪਵੇਗੀ। ਮਾਇਆ ਮੋਹ ਸੋਏ ਰਹੇ ਅਭਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਪਰੰਤੂ ਅਭਾਗੇ ਭਾਗਾਂ ਤੋਂ ਹੀਣੇ ਪੁਰਸ਼ ਮਾਇਆ ਛਲ ਰੂਪ ਦੁਨੀਆ ਦੇ ਮੋਹ ਵਿੱਚ ਸੁੱਤੇ ਰਹਿੰਦੇ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਕੋਈ ਕੋਈ ਗੁਰਮੁਖ ਹੀ ਪਰਮੇਸ਼ਰ ਦਾ ਸਿਮਰਨ ਕਰਦਾ ਹੋਇਆ ਗਿਆਨ ਅਵਸਥਾ ਵਿੱਚ ਜਾਗਦਾ ਹੈ। ਕਹੋ ਨਾਨਕ ਗੁਣ ਗਾਈਐ ਨੀਤ, ਮੁਖ ਊਜਲ ਹੋਏ ਨਿਰਮਲ ਚੀਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਨਿਤਾ ਪ੍ਰਤੀ ਹੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ, ਜਿਸ ਕਰਕੇ ਲੋਕ ਪਰਲੋਕ ਵਿੱਚ ਮੂੰਹ ਉਜਲ ਪਵਿੱਤਰ ਹੋਵੇਗਾ ਅਤੇ ਜੀਤ ਚਿੱਤ ਵੀ ਮਾਇਆ ਦੀ ਮੈਲ ਮਲ ਵਿਖੇਪ ਅਵਰਨ ਦੀ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਹੋ ਜਾਵੇਗਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।